ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਡੈਲਜ ਲਰਨਿੰਗ ਪੁਆਇੰਟ ਤੇ। ਅੱਜ ਦੀ ਇਸ ਸਪੈਸ਼ਲ ਲੈਕਚਰ ਜੋ ਹੈ ਇਹ ਹੈ ਜੀ ਮਾਸਟਰ ਕੈਡਰੇ ਮੈਥ ਦੇ ਲਈ, ਜਿਸ ਦੇ ਵਿੱਚ ਅਸੀਂ ਸਪੈਸੀਫਿਕ ਟੌਪਿਕ ਜਿਹੜਾ ਹੈ ਉਹ ਕਰਨਾ ਹੈ ਜੀ, ਉਹ ਹੈ ਗਰੁੱਪ ਥਿਊਰੀ। ਗਰੁੱਪ ਥਿਊਰੀ ਇੱਕ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚੋਂ ਲਾਸਟ ਟਾਈਮ 5 ਮਾਰਕਸ ਤੱਕ ਦਾ ਜੋ ਪੇਪਰ ਹੈ ਉਹ ਆਇਆ ਹੋਇਆ ਹੈ। ਸੋ ਗਰੁੱਪ ਥਿਊਰੀ ਕਾਫੀ ਇੰਪੋਰਟੈਂਟ ਟੌਪਿਕ ਹੋ ਜਾਂਦਾ ਹੈ। ਸੋ ਗਰੁੱਪ ਥਿਊਰੀ ਦੇ ਵਿੱਚੋਂ ਕੀ ਚੀਜ਼ਾਂ ਸਾਡੇ ਲਈ ਜ਼ਰੂਰੀ ਨੇ ਕਰਨੀਆਂ, ਕੀ ਚੀਜ਼ਾਂ ਇਗਨੋਰ ਕਰਨੀਆਂ ਜ਼ਰੂਰੀ ਨੇ, ਕਿਉਂਕਿ ਕੁਐਸਚਨਸ ਕੁਝ ਟੌਪਿਕਸ 'ਚੋਂ ਤਾਂ ਆ ਹੀ ਨਹੀਂ ਰਹੇ, ਕੁਝ ਟੌਪਿਕਸ 'ਚੋਂ ਹਰ ਵਾਰ ਆ ਰਹੇ ਨੇ, ਚਾਹੇ ਉਹ 6060 ਦੀਆਂ ਪੋਸਟਾਂ ਹੋਣ, ਚਾਹੇ ਉਹ 3582 ਹੋਵੇ, ਜਾਂ ਲੈਕਚਰਰ ਦੇ ਪੇਪਰ ਹੋਣ ਜੋ ਪੰਜਾਬ ਦੇ ਵਿੱਚ ਹੋਏ ਨੇ 2015 'ਚ। ਸੋ ਕਿਸੇ ਵੀ ਪੇਪਰ ਦੇ ਵਿੱਚ ਕੁਝ ਟੌਪਿਕਸ ਨੂੰ ਬਿਲਕੁਲ ਹੱਥ ਨਹੀਂ ਲਗਾਇਆ ਗਿਆ। ਸੋ ਅਸੀਂ ਸਟਾਰਟ ਕਰਦੇ ਹਾਂ ਉਸ ਲੈਕਚਰ ਦੀ ਸੀਰੀਜ਼ ਨੂੰ, ਗਰੁੱਪ ਥਿਊਰੀ। ਸੋ ਅਗਰ ਤੁਸੀਂ ਚੈਨਲ 'ਤੇ ਨਵੇਂ ਹੋ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਪਰੈਡ ਕਰੋ ਲੋਕਾਂ ਤੱਕ, ਕਿਉਂਕਿ ਜਿੰਨੇ ਵੱਧ ਸਟੂਡੈਂਟਸ ਇਸ ਤੋਂ ਪੜ੍ਹ ਸਕਣਗੇ ਤੁਹਾਡਾ ਤੇ ਸਾਡਾ ਦੋਨਾਂ ਦਾ ਫਾਇਦਾ ਜਿਹੜਾ ਉਹ ਜ਼ਰੂਰ ਹੋਏਗਾ। ਸੋ ਆਓ ਅਸੀਂ ਸਟਾਰਟ ਕਰਦੇ ਹਾਂ ਗਰੁੱਪ ਥਿਊਰੀ ਨੂੰ। ਬਿਲਕੁਲ ਬੇਸਿਕ ਸਟਰਕਚਰ ਤੋਂ ਅਸੀਂ ਜਿਹੜੀ ਇਹ ਗੱਲ ਕਰਾਂਗੇ। ਦੇਖੋ ਕੀ ਹੁੰਦਾ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਪੜ੍ਹਦੇ ਹਾਂ ਉਹ ਹੁੰਦਾ ਸੈਟ ਥਿਊਰੀ। ਸੈਟ ਥਿਊਰੀ 'ਤੇ ਅਸੀਂ ਸੈਟਸ ਦੀ ਗੱਲ ਕਰਦੇ ਹਾਂ ਕਿ ਸੈਟਸ ਇੱਦਾਂ ਕੰਮ ਕਰਦੇ ਨੇ, ਉਹਨਾਂ ਦੀ ਯੂਨੀਅਨ ਇੱਦਾਂ ਹੈ, ਉਹਦੀ ਇੰਟਰਸੈਕਸ਼ਨ ਇੱਦਾਂ ਹੈ, ਕੁਛ ਇੱਦਾਂ ਦੀ ਪ੍ਰੋਪਰਟੀਜ਼ ਅਸੀਂ ਸੈਟ 'ਤੇ ਕਰਦੇ ਹਾਂ, ਜਿੱਥੋਂ ਸਾਡੇ ਮਾਈਂਡ 'ਚ ਕੁਛ ਆਈਡੀਆਜ਼ ਆਉਂਦੇ ਨੇ ਕਿ ਜਦੋਂ ਅਸੀਂ ਕੁਛ ਯੂਨੀਅਨ ਟਾਈਪ ਜਾਂ ਕਈ ਵਾਰੀ ਇੰਟਰਸੈਕਸ਼ਨ, ਕੁਛ ਇੱਦਾਂ ਦੇ ਦੋ ਵਰਡਸ ਅਸੀਂ ਪੜ੍ਹਦੇ ਹਾਂ, ਇੱਦਾਂ ਦੇ ਸਿੰਬਲਸ ਪੜ੍ਹਦੇ ਹਾਂ ਜਿਹੜੇ ਇਸ ਤਰੀਕੇ ਦਾ ਕੰਮ ਕਰਦੇ ਨੇ ਕਿ ਕਈ ਵਾਰ ਕਿਸੇ ਦੋ ਸੈੱਟ 'ਤੇ ਜਦੋਂ ਇਹ ਸਿੰਬਲ ਲੱਗਦਾ ਹੈ ਕੁਛ ਐਲੀਮੈਂਟਸ ਇੰਕਲੂਡ ਹੋ ਜਾਂਦੇ ਨੇ, ਔਰ ਜਦੋਂ ਇਹ ਸਿੰਬਲ ਲੱਗਦੇ ਨੇ ਤਾਂ ਉਸ ਸੈੱਟ ਦੇ ਵਿੱਚੋਂ ਅਗਰ ਦੋ ਸੈੱਟ 'ਤੇ ਕਦੇ ਇਹ ਸਿੰਬਲ ਲੱਗਦਾ ਹੈ, ਸੋ ਇਹ ਸਿੰਬਲ ਕੀ ਕਰਦਾ ਹੈ, ਕੁਛ ਰਿਡਿਊਸ ਕਰ ਦਿੰਦਾ ਹੈ, ਇੱਕ ਸੈੱਟ ਦੇ ਵਿੱਚ ਕੁਛ ਐਲੀਮੈਂਟਸ ਕੱਢ ਦਿੰਦਾ ਹੈ। ਸੋ ਹਰ ਇੱਕ ਚੀਜ਼ ਇੱਕ ਪ੍ਰੋਪਰਟੀ ਦੇ ਨਾਲ ਆਉਂਦੀ ਹੈ ਸਾਡੇ ਕੋਲ, ਸਿੰਬਲਸ ਕੰਮ ਕਰਦੇ ਨੇ ਕਿਸੇ ਵੀ ਸੈੱਟ ਦੇ ਉੱਤੇ। ਫਿਰ ਅਸੀਂ ਜਦੋਂ ਸੈੱਟ ਥਿਊਰੀ ਪੜ੍ਹਦੇ ਹਾਂ ਫਿਰ ਅਸੀਂ ਇੱਕ ਨਵਾਂ ਵਰਡ ਹੋਰ ਪੜ੍ਹਦੇ ਹਾਂ ਉੱਥੇ, ਬਾਈਨਰੀ ਓਪਰੇਸ਼ਨ। ਬਾਈਨਰੀ ਓਪਰੇਸ਼ਨ, ਜਿਸ ਦੇ ਵਿੱਚ ਅਸੀਂ ਬਾਈਨਰੀ ਓਪਰੇਸ਼ਨ 'ਚ ਮੇਨ ਉੱਥੇ ਜੋ ਗੱਲ ਕੀਤੀ ਜਾਂਦੀ ਹੈ ਉਹ ਹੁੰਦੀ ਹੈ ਜੀ ਬਾਈਨਰੀ ਦੇ ਵਿੱਚ ਕਿ ਬਾਈ ਮਾਨੇ 2, ਸਿਰਫ ਦੋ ਐਲੀਮੈਂਟਸ ਦੇ ਉੱਪਰ ਇੱਕ ਟਾਈਮ 'ਤੇ ਕੋਈ ਵੀ ਓਪਰੇਸ਼ਨ ਲਗਾਉਣਾ। ਓਪਰੇਸ਼ਨ ਕਿਸੇ ਵੀ ਟਾਈਪ ਦਾ ਹੋ ਸਕਦਾ, ਜ਼ਰੂਰੀ ਨਹੀਂ ਉਹ ਪਲੱਸ ਮਾਈਨਸ ਮਲਟੀਪਲੀਕੇਸ਼ਨ ਜਾਂ ਡਿਵਾਈਡ ਦਾ ਹੋਵੇ, ਉਹ ਕਿਸੇ ਵੀ ਟਾਈਪ ਦਾ ਹੋ ਸਕਦਾ। ਜਿਵੇਂ ਅਸੀਂ ਕਈ ਵਾਰ ਇਸ ਟਾਈਪ ਦੇ ਰਿਲੇਸ਼ਨ ਵੀ ਪੜ੍ਹੇ ਹੋਏ ਨੇ ਪਲੱਸ 2 'ਚ ਕਿ A ਸਟਾਰ B ਨੂੰ ਡਿਫਾਈਨ ਕਰ ਦਿੰਦੇ ਨੇ AB/3 ਟਾਈਪ। ਸੋ ਇਸ ਤਰੀਕੇ ਨਾਲ ਵੀ ਕਈ ਵਾਰੀ ਓਪਰੇਸ਼ਨਸ ਡਿਫਾਈਨ ਕੀਤੇ ਜਾਂਦੇ ਨੇ ਕਿ ਅਸੀਂ ਇਸ ਤਰੀਕੇ ਨਾਲ ਇਸ ਨੂੰ ਡਿਫਾਈਨ ਕਰਾਂਗੇ। ਸੋ A ਸਟਾਰ B AB/3 ਦੀ ਟਾਈਪ 'ਚ ਵੀ ਡਿਫਾਈਨ ਕਰ ਦਿੱਤੇ ਜਾਂਦੇ ਨੇ। ਸੋ ਦਿਸ ਇਜ਼ ਕਾਲਡ ਬੇਸਿਕਲੀ ਅ ਬਾਈਨਰੀ ਓਪਰੇਸ਼ਨ। ਬਾਈਨਰੀ ਓਪਰੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਚਾਰ ਹੀ ਸਿੰਬਲਸ ਯੂਜ਼ ਹੋਣਗੇ। ਬਾਈਨਰੀ ਓਪਰੇਸ਼ਨ ਦਾ ਮਤਲਬ ਇਹ ਹੈ ਕਿ ਕਿਸੇ ਦੋ ਉਸ ਦੇ ਸੈੱਟ ਦੇ ਐਲੀਮੈਂਟਸ ਦੇ ਉੱਪਰ ਉਹ ਓਪਰੇਸ਼ਨ ਜਿਹੜਾ ਉਹ ਲਗਾਇਆ ਜਾਏਗਾ। ਬੇਸਿਕ ਸਟਰਕਚਰ ਜਿਹੜਾ ਅਸੀਂ ਗੱਲ ਕਰਦੇ ਹਾਂ, ਠੀਕ ਹੈ ਜੀ। ਸੋ ਅਸੀਂ ਹੁਣ ਇੱਥੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਅਸੀਂ ਕਰਦੇ ਹਾਂ ਉਹ ਹੈ ਜੀ ਲੈਟ, ਕੋਈ ਵੀ ਮੰਨ ਲਓ ਸਾਡੇ ਕੋਲ ਜਿਹੜਾ ਹੈ ਉਹ ਨੋਨ ਐਮਪਟੀ ਸੈੱਟ ਹੈ। ਸਭ ਤੋਂ ਪਹਿਲੀ ਜਿਹੜੀ ਸਾਡੇ ਕੋਲ ਇੱਕ ਰਿਕੁਆਇਰਡ ਹੁੰਦੀ ਹੈ ਚੀਜ਼ ਉਹ ਹੈ ਜੀ ਨੋਨ ਐਮਪਟੀ ਸੈੱਟ ਚਾਹੀਦਾ ਹੈ ਸਾਨੂੰ। ਉਸ ਤੋਂ ਬਾਅਦ ਦੀ ਅਸੀਂ ਇੱਕ ਗੱਲ ਜਿਹੜੀ ਕਰਦੇ ਹਾਂ ਉਹ ਹੈ ਜੀ ਸਾਡੇ ਕੋਲ ਬਾਈਨਰੀ ਓਪਰੇਸ਼ਨ, ਕਿ ਅਸੀਂ ਕਿਸੇ ਵੀ ਇੱਕ ਨੋਨ ਐਮਪਟੀ ਸੈੱਟ ਦੇ ਉੱਤੇ ਇੱਕ ਬਾਈਨਰੀ ਓਪਰੇਸ਼ਨਸ ਲਗਾਉਣੇ ਹਾਂ। ਬਾਈਨਰੀ ਓਪਰੇਸ਼ਨ ਲਗਾ ਕੇ ਅਸੀਂ ਉਸ ਦੇ ਉੱਪਰ ਕੁਝ ਕੰਮ ਕਰਦੇ ਹਾਂ। ਕਲੀਅਰ ਹੈ ਜੀ। ਸੋ ਅਸੀਂ ਹੁਣ ਇਹਦੇ ਉੱਪਰ ਕੀ ਕਰਨਾ ਹੈ, ਜਿਵੇਂ ਮੰਨ ਲਓ ਤੁਹਾਡੇ ਕੋਲ ਕੋਈ ਵੀ ਸੈੱਟ ਗਿਵਨ ਹੈ, ਮੰਨ ਲਓ ਤੁਹਾਡੇ ਕੋਲ ਨੈਚੁਰਲਸ ਦਾ ਸੈੱਟ ਗਿਵਨ ਹੈ, ਨੈਚੁਰਲ ਨੰਬਰ, ਮੰਨ ਲਓ ਸਾਡੇ ਕੋਲ ਨੈਚੁਰਲ ਨੰਬਰ ਦਾ ਸੈੱਟ ਜਿਹੜਾ ਹੈ ਉਹ ਗਿਵਨ ਹੈ। ਅਸੀਂ ਹੁਣ ਇੱਥੇ ਬੇਸਿਕ ਚੀਜ਼ ਕੀ ਕਰਦੇ ਹਾਂ, ਸਾਨੂੰ ਪਤਾ ਸਾਡਾ ਨੈਚੁਰਲ ਨੰਬਰ ਦਾ ਸੈੱਟ ਇਸ ਟਾਈਪ ਦਾ ਹੁੰਦਾ 1 2 3 4 ਅਪ ਟੂ ਸੋਨ ਜਿਹੜਾ ਉਹ ਚੱਲਦਾ ਰਹਿੰਦਾ। ਹੁਣ ਸਾਡੇ ਕੋਲ ਗਰੁੱਪ ਕਿਵੇਂ ਬਣਦਾ ਹੈ, ਕੋਈ ਵੀ ਸੈੱਟ ਗਰੁੱਪ ਕਦੋਂ ਬਣਦਾ, ਪਹਿਲੀ ਚੀਜ਼ ਅਸੀਂ ਸਿੱਖਣੀ ਹੈ ਜੀ। ਹਮੇਸ਼ਾ ਜੋ ਵੀ ਗਰੁੱਪ ਫਾਰਮ ਕਰਦਾ ਉਹ ਸੈੱਟ ਪੱਕਾ ਹੁੰਦਾ ਹੈ। ਸੈੱਟ ਗਰੁੱਪ ਕਦੋਂ ਬਣਦਾ ਹੈ ਉਹਦੇ ਲਈ ਸਾਡੇ ਕੋਲ ਕੁਝ ਪ੍ਰੋਪਰਟੀਜ਼ ਨੇ, ਅਸੀਂ ਕੁਝ ਪ੍ਰੋਪਰਟੀਜ਼ ਦੇ ਤਹਿਤ ਉਸ ਨੂੰ ਗਰੁੱਪ ਕਹਾਂਗੇ। ਪਹਿਲੀ ਪ੍ਰੋਪਰਟੀ ਸਾਡੇ ਕੋਲ ਹੁੰਦੀ ਹੈ ਜੀ ਕਲੋਜ਼ਰ ਦੀ। ਅਸੀਂ ਕਿਸੇ ਵੀ ਸੈੱਟ ਨੂੰ ਗਰੁੱਪ ਕਦੋਂ ਕਹਿਣਾ, ਉਹਦੀਆਂ ਚਾਰ ਪ੍ਰੋਪਰਟੀਜ਼ ਨੇ, ਤੇ ਪਹਿਲੀ ਪ੍ਰੋਪਰਟੀ ਹੈ ਜੀ ਕਲੋਜ਼ਰ। ਕਲੋਜ਼ਰ ਦੀ ਪ੍ਰੋਪਰਟੀ ਕੀ ਹੁੰਦੀ ਹੈ ਸਾਡੇ ਕੋਲ, ਕਿ ਅਸੀਂ ਕਹਿਣਾ ਹੈ A ਸਟਾਰ B ਬਿਲੋਂਗ ਟੂ, A ਸਟਾਰ B ਜੋ ਵੀ ਹੋਏਗਾ ਉਹ G ਨੂੰ ਬਿਲੋਂਗ ਕਰਨਾ ਚਾਹੀਦਾ। ਮੰਨ ਲਓ G ਸਾਡਾ ਸੈੱਟ ਆ ਹੈ, ਕਲੀਅਰ ਹੈ ਜੀ। ਮੰਨ ਲਓ ਇਹ ਸਾਡਾ G ਸੈੱਟ ਸੀਗਾ ਨੈਚੁਰਲਸ ਦਾ, ਤੇ ਅਸੀਂ ਕੀ ਕਹਿਣਾ ਹੈ ਕਿ ਇਹਦੇ ਤੇ ਜਦੋਂ ਤੁਸੀਂ ਸਟਾਰ ਲਗਾਓਗੇ ਉਹ ਇਸੇ ਨੂੰ ਹੀ ਬਿਲੋਂਗ ਕਰਨਾ ਚਾਹੀਦਾ ਹੈ। ਜਿਵੇਂ ਮੰਨ ਲਓ ਮੈਂ ਇੱਥੇ ਸਿੰਬਲ ਚੱਕ ਲਾਂ ਐਡੀਸ਼ਨ ਦਾ, ਮਤਲਬ ਮੈਂ ਨੈਚੁਰਲਸ ਨੂੰ ਅੰਡਰ ਐਡੀਸ਼ਨ ਚੈੱਕ ਕਰਨਾ ਚਾਹਨਾ, ਉੱਥੇ ਕਲੋਜ਼ਰ ਲੱਗੇਗੀ। ਜਿਵੇਂ ਮੰਨ ਲਓ ਮੈਂ ਇੱਥੇ 1 ਨੂੰ 2 ਨਾਲ ਐਡ ਕਰਾਂਗਾ ਤਾਂ 3 ਹੋ ਗਿਆ, 3 ਵੀ ਇਹਦੇ ਕੋਲ ਪਿਆ,
2 ਨੂੰ 3 ਨਾਲ ਐਡ ਕਰਾਂਗਾ ਤਾਂ 5 ਬਣ ਗਿਆ, ਉਹ ਵੀ ਇਹਦੇ ਕੋਲ ਪਿਆ। ਮਤਲਬ ਅਗਰ ਮੈਂ ਸੈੱਟ ਵਿੱਚੋਂ ਕੋਈ ਵੀ ਐਲੀਮੈਂਟ ਚੱਕਾਂ ਔਰ ਉਹਨਾਂ ਨੂੰ ਐਡ ਕਰਾਂ ਸੋ ਇਸੇ ਸੈੱਟ ਦੇ ਵਿੱਚ ਹੀ ਰਹਿਣਗੇ। ਸੋ ਦੈਟ ਮੀਨਸ ਨੈਚੁਰਲ ਨੰਬਰਸ ਤੇ ਅੰਡਰ ਐਡੀਸ਼ਨ ਜੋ ਹੈ ਉਹ ਕਲੋਜ਼ਰ ਪ੍ਰੋਪਰਟੀ ਹੋਲਡ ਕਰ ਜਾਂਦੀ ਹੈ। ਕਲੀਅਰ ਹੈ ਜੀ, ਬਿਲਕੁਲ ਸਿੰਪਲ ਫੰਡਾ ਜਿਹੜਾ। ਜਾਂ ਗੱਲ ਕਰ ਲਈਏ ਆਪਾਂ ਹੋਲ ਨੰਬਰ ਦੀ, ਜਿਵੇਂ ਹੋਲ ਨੰਬਰ ਹੁੰਦੇ ਨੇ ਜੀ 0 ਤੋਂ ਸਟਾਰਟ, 0 1 2 3 4 ਸਾਨੂੰ ਸਭ ਨੂੰ ਪਤਾ ਹੈ। ਸੋ ਇੱਥੇ ਕੀ ਹੈ ਸਾਡੇ ਕੋਲ ਬੇਸਿਕ ਚੀਜ਼, ਮੰਨ ਲਓ ਇਹ ਸਾਡੇ ਕੋਲ ਜੀ ਕੋਈ ਸੈੱਟ ਹੈ। ਸੋ ਅਸੀਂ ਇੱਥੇ ਵੀ ਜਦੋਂ ਕੋਈ A ਸਟਾਰ B ਲਗਾਵਾਂਗੇ ਸੋ ਉਹ ਵੀ ਇਸ G ਨੂੰ ਬਿਲੋਂਗ ਪੱਕਾ ਕਰੇਗਾ, ਕਿਉਂਕਿ ਇੱਥੇ ਅਸੀਂ ਜੋ ਮਰਜ਼ੀ ਐਲੀਮੈਂਟ ਜੋੜਦੇ ਰਹੀਏ ਆਪਸ ਦੇ ਵਿੱਚ ਚੱਕ ਕੇ 2 ਹਰ ਵਾਰ ਕਲੋਜ਼ਰ ਪੱਕਾ ਹੋਲਡ ਕਰੇਗੀ। ਸੋ ਇਹ ਬੇਸਿਕ ਚੀਜ਼ ਹੁੰਦੀ ਹੈ, ਸਾਨੂੰ ਦੇਖਦੇ ਹੀ ਪਤਾ ਲੱਗ ਜਾਂਦੀ ਹੈ ਕਿ ਇਹ ਚੀਜ਼ ਪੱਕਾ ਹੋਲਡ ਕਰੇਗੀ। ਕਲੀਅਰ ਹੈ ਜੀ। ਜਿਵੇਂ ਦੇਖੋ ਇੱਥੇ ਜੋ ਹੈ, ਜਿਵੇਂ ਮੰਨ ਲਓ ਅਸੀਂ ਡਿਵਾਈਡ ਦਾ ਸਿੰਬਲ ਚੱਕ ਲਈਏ, ਜਿਵੇਂ ਮੰਨ ਲਓ ਅਸੀਂ 1 ਨੂੰ 2 ਨਾਲ ਡਿਵਾਈਡ ਕੀਤਾ, ਉਹ ਆ ਗਿਆ ਜੀ 0.5। ਜਿਵੇਂ ਅਸੀਂ 1 ਨੂੰ 2 ਨਾਲ ਡਿਵਾਈਡ ਕੀਤਾ, ਮੰਨ ਲਓ ਮੈਂ ਇੱਥੇ ਜੋ ਸਾਡਾ ਨੈਚੁਰਲਸ ਨੂੰ ਹੈ ਅਸੀਂ ਅੰਡਰ ਡਿਵਾਈਡ ਚੈੱਕ ਕਰਨਾ ਚਾਹੁੰਦੇ ਹਾਂ। ਸੋ ਇਹ ਅੰਡਰ ਡਿਵਾਈਡ 'ਚ ਕੀ ਹੋਏਗਾ ਕਿ A ਡਿਵਾਈਡ B ਦੁਬਾਰਾ ਇਹਨਾਂ ਨੂੰ ਬਿਲੋਂਗ ਕਰਨਾ ਚਾਹੀਦਾ ਹੈ, ਪਰ ਕੀ ਹੁੰਦਾ ਜਦੋਂ ਅਸੀਂ 1 ਨੂੰ 2 ਨਾਲ ਡਿਵਾਈਡ ਕਰਦੇ ਹਾਂ ਸੋ ਉਹ ਆ ਜਾਂਦਾ 0.5 ਤੇ ਉਹ ਨੈਚੁਰਲਸ ਨੂੰ ਬਿਲੋਂਗ ਨਹੀਂ ਕਰਦਾ। ਦੈਟ ਮੀਨਸ ਜਿਹੜਾ ਅੰਡਰ ਡਿਵਾਈਡ ਹੈ ਉਹ ਨੈਚੁਰਲਸ ਗਰੁੱਪ ਨਹੀਂ ਬਣ ਸਕਦਾ, ਕਿਉਂਕਿ ਉਹ ਕਲੋਜ਼ਰ ਪ੍ਰੋਪਰਟੀ ਹੀ ਹੋਲਡ ਨਹੀਂ ਕਰਦਾ। ਸੋ ਕਲੋਜ਼ਰ ਪ੍ਰੋਪਰਟੀ ਦਾ ਜੋ ਬੇਸਿਕ ਕੰਮ ਹੈ, ਜੋ ਬੇਸਿਕ ਸਟਰਕਚਰ ਹੈ ਉਹ ਇਹੀ ਹੈ ਕਿ ਜਦੋਂ ਅਸੀਂ ਕਿਸੇ 2 ਸੈਟਸ ਦੇ ਉੱਤੇ ਇਸ ਨੂੰ ਲਗਾਉਣਾ ਹੈ ਤਾਂ ਉਹ ਉਸ ਤੋਂ ਬਾਅਦ ਉਹਦੇ ਵਿੱਚ ਬਿਲੋਂਗ ਉਸ ਨੂੰ ਕਰਨਾ ਚਾਹੀਦਾ ਹੈ। ਸੋ ਪਹਿਲੀ ਚੀਜ਼ ਇਹ ਸੀਗੀ ਕਲੋਜ਼ਰ ਪ੍ਰੋਪਰਟੀ ਦੀ। ਸੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਡਿਵਾਈਡ ਦੇ ਵਿੱਚ ਕਲੋਜ਼ਰ ਪ੍ਰੋਪਰਟੀ ਜਿਹੜੀ ਉਹ ਹੋਲਡ ਨਹੀਂ ਹੁੰਦੀ। ਨੈਕਸਟ ਪ੍ਰੋਪਰਟੀ ਜੋ ਸਾਡੇ ਕੋਲ ਆਉਂਦੀ ਹੈ ਉਹ ਹੁੰਦੀ ਹੈ ਜੀ ਐਸੋਸੀਏਟਿਵਿਟੀ, ਐਸੋਸੀਏਟਿਵ ਪ੍ਰੋਪਰਟੀ। ਠੀਕ ਹੈ ਜੀ। ਐਸੋਸੀਏਟਿਵ ਪ੍ਰੋਪਰਟੀ ਕੀ ਹੁੰਦੀ ਹੈ ਕਿ A ਸਟਾਰ B ਸਟਾਰ C, A ਸਟਾਰ B ਸਟਾਰ C, ਇਹਨਾਂ ਦੋਨਾਂ ਨੂੰ ਅਲੱਗ ਕਰ ਲਓ, ਇਹਨਾਂ ਦੋਨਾਂ ਨੂੰ ਅਲੱਗ ਕਰੋ, ਇਹ ਬਰਾਬਰ ਆਉਣੇ ਚਾਹੀਦੇ। ਕਹਿਣ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜਾ ਵੀ ਸੈੱਟ ਤੁਹਾਨੂੰ ਗਿਵਨ ਹੈ ਉਸ ਸੈੱਟ ਤੇ ਕੋਈ ਵੀ ਆਪਰੇਸ਼ਨ ਅਗਰ ਗਿਵਨ ਹੈ ਸੋ ਅਸੀਂ ਕੀ ਕਰਨਾ ਹੁੰਦਾ ਹੈ, ਉਸ ਸੈੱਟ 'ਚੋਂ ਤੁਸੀਂ ਐਲੀਮੈਂਟਸ ਚੱਕਣੇ ਨੇ 3 ਔਰ ਉਸੇ ਬਾਈਨਰੀ ਆਪਰੇਸ਼ਨ ਨੂੰ ਤੁਸੀਂ ਪਹਿਲੇ 2 ਤੇ ਲਗਾ ਕੇ ਬਾਅਦ 'ਚ ਤੀਜੇ ਤੇ ਲਗਾਉਣਾ ਹੈ, ਤੇ ਇਹਦੇ ਵਿੱਚ ਹੁੰਦਾ ਪਹਿਲਾਂ ਲਾਸਟ ਵਾਲੇ 2 ਤੇ ਲਗਾ ਕੇ ਫਿਰ ਪਹਿਲੇ ਤੇ ਲਗਾਉਣਾ ਹੈ। ਸੋ ਇਸ ਤਰੀਕੇ ਨਾਲ ਵੀ ਅਗਰ ਤੁਹਾਡਾ ਕੰਮ ਹੋ ਜਾਂਦਾ ਹੈ ਦੈਟ ਮੀਨਸ ਉਹ ਐਸੋਸੀਏਟਿਵਿਟੀ ਹੈ। ਐਸੋਸੀਏਟਿਵਿਟੀ ਦਾ ਫਾਇਦਾ ਕੀ ਹੈ? ਕਿਸੇ ਵੀ ਸੈੱਟ ਤੇ ਅਗਰ ਐਸੋਸੀਏਟਿਵਿਟੀ ਹੋਲਡ ਕਰ ਜਾਂਦੀ ਹੈ ਕਿਸੇ ਆਪਰੇਸ਼ਨ ਦੇ ਅੰਡਰ, ਸੋ ਅਸੀਂ ਉੱਥੇ ਫਿਰ ਬਾਅਦ ਵਿੱਚ ਜਿਵੇਂ ਅਸੀਂ ਕਈ ਵਾਰ ਅਸੀਂ ਇਸ ਟਾਈਪ ਦੇ ਕੁਐਸਚਨਸ ਪਜ਼ਲਸ ਬੜੀਆਂ ਸੋਲਵ ਕਰਦੇ ਹਾਂ, A ਡਿਵਾਈਡ B ਗੁਣਾ B ਪਲੱਸ C, ਇਸ ਟਾਈਪ ਦੀਆਂ ਚੀਜ਼ਾਂ। ਅਗਰ ਮੰਨ ਲਓ ਨੈਚੁਰਲਸ ਤੇ ਅੰਡਰ ਐਡੀਸ਼ਨ ਐਸੋਸੀਏਟਿਵ ਹੋਲਡ ਕਰ ਗਈ, ਡਿਵਾਈਡ ਕਰ ਜੇ, ਮਲਟੀਪਲੀਕੇਸ਼ਨ ਦੀ ਕਰ ਜੇ, ਫਿਰ ਸਾਨੂੰ ਆਪਰੇਸ਼ਨਸ ਦਾ ਡਰ ਨਹੀਂ ਰਹਿੰਦਾ। ਜਿਵੇਂ ਬੋਰਡ ਮਾਸ ਰੂਲ ਲੱਗਦਾ ਹੈ, ਫਿਰ ਅਸੀਂ ਬੋਰਡ ਮਾਸ ਨੂੰ ਚਾਹੇ ਨਾ ਵੀ ਫੋਲੋ ਕਰੀਏ ਤਾਂ ਸਾਡਾ ਕੰਮ ਚੱਲ ਜਾਂਦਾ ਹੈ। ਅਗਰ ਕਿਸੇ ਵੀ ਸੈੱਟ ਦੇ ਉੱਪਰ ਕਿਸੇ ਖਾਸ ਆਪਰੇਸ਼ਨ ਤੇ ਐਸੋਸੀਏਟਿਵਿਟੀ ਹੋਲਡ ਕਰ ਜੇ ਸੋ ਉਹਨਾਂ ਸਾਰੇ ਆਪਰੇਸ਼ਨਸ ਦੇ ਉੱਪਰ ਤੁਹਾਨੂੰ ਬੋਰਡ ਮਾਸ ਦਾ ਰੂਲ ਲਗਾਉਣ ਦੀ ਲੋੜ ਨਹੀਂ ਪੈਂਦੀ। ਸੋ ਬੇਸਿਕ ਐਸੋਸੀਏਟਿਵਿਟੀ ਦਾ ਫਾਇਦਾ ਇਹ ਹੁੰਦਾ ਹੈ ਕਿ ਕਿਸੇ ਵੀ ਖਾਸ ਆਪਰੇਸ਼ਨ ਤੇ ਕਿਸੇ ਸੈੱਟ ਦੇ ਉੱਤੇ ਐਸੋਸੀਏਟਿਵਿਟੀ ਅਗਰ ਲਾਗੂ ਹੋਗੀ ਤਾਂ ਬੋਰਡ ਮਾਸ ਚਾਹੇ ਨਾ ਲਗਾਓ, ਤੁਸੀਂ ਬਿਨਾਂ ਬੋਰਡ ਮਾਸ ਤੋਂ ਵੀ ਕੰਮ ਕਰ ਸਕਦੇ ਹੋ। ਐਸੋਸੀਏਟਿਵਿਟੀ ਸਾਨੂੰ ਫਾਇਦਾ ਦਿੰਦੀ ਹੈ। ਸੋ ਐਸੋਸੀਏਟਿਵਿਟੀ ਬੇਸਿਕਲੀ ਆ ਚੀਜ਼ ਹੈ। ਜਿਵੇਂ ਮੈਂ ਇੱਥੇ ਸਮਝਾਉਣਾ ਹਾਂ, ਜਿਵੇਂ ਅਸੀਂ ਐਗਜ਼ਾਮਪਲ ਕਰਦੇ ਹਾਂ, ਜਿਵੇਂ ਨੈਚੁਰਲ ਅੰਡਰ ਐਡੀਸ਼ਨ ਹੀ ਹੈ ਸਾਡੇ ਕੋਲ। ਸੋ ਨੈਚੁਰਲ ਅੰਡਰ ਐਡੀਸ਼ਨ 1 2 3 4 ਹੈ। ਮੰਨ ਲਓ ਅਸੀਂ ਐਡੀਸ਼ਨ ਜਿਵੇਂ ਮਰਜ਼ੀ ਕਰਦੇ ਰਹੀਏ, 3 ਅਸੀਂ ਨੰਬਰ ਚੱਕੇ 1 + 2 + 3, 1 + 2 + 3, ਪਹਿਲਾਂ ਅਸੀਂ ਇਹਨਾਂ 2 ਤੇ ਲਗਾਇਆ, 3 + 3 6 ਹੋ ਗਿਆ, ਪਹਿਲਾਂ ਅਸੀਂ ਇੱਧਰ ਲਗਾਇਆ 5 ਔਰ ਇਹ 6 ਹੋ ਗਿਆ। ਮਤਲਬ ਅੰਡਰ ਐਡੀਸ਼ਨ ਐਸੋਸੀਏਟਿਵਿਟੀ ਹੋਲਡ ਕਰ ਜਾਂਦੀ ਹੈ ਨੈਚੁਰਲ ਤੇ। ਪਰ ਅਗਰ ਅਸੀਂ ਮਾਈਨਸ 'ਚ ਲਗਾਈਏ ਤਾਂ ਮਾਈਨਸ 'ਚ ਨਹੀਂ ਹੋਏਗੀ। ਮੰਨ ਲਓ ਮੈਂ 1 2 ਤੇ 3 ਹੀ ਚੱਕਿਆ ਔਰ ਮਾਈਨਸ ਆਪਰੇਸ਼ਨ ਚੱਕਿਆ ਤਾਂ 1 - 2 - 3 ਔਰ ਇੱਥੇ ਲਗਾਇਆ 1 - 2 - 3, तो ये हो गया 1 - -1 1 + 1 ये हो गया जी 2, ये हो गया -1 - 3 ये हो गया जी -4। सो ये दोनों जेडे इक्वल नहीं आए। दैट मीनस नैचुरल्स दे उपर माइनस सिंबल ते ग्रुप नहीं बन सकता बिकॉज उत्थे एसोसीएटिविटी होल्ड नहीं करती। इस तरीके नाल असी चीज़ां नूं कट करते जाने हैं, इस तरीके नाल असी ग्रुप की फॉर्मेशन बनाने हाँ। जो मान लो तुहाडे कोल होल नंबर ही हुंदा और होल नंबर च भी माइनस ने दिक्कत करनी सी क्योंकि तुसीं 0 1 और 2 चक लो तो 0 - 1 - 2 और इत्थे असी चक लीए 0 - 1 - 2 और असी इन्हां नूं सोल्व कर लीए। ठीक है जी। सो ये हो जाएगा 0 - 3। सो जिवें असी इत्थे लगाने हाँ, मैं तो गलत कर गया 0 इस तरीके नाल। सो -1 ये आ गया जी 1।
ਸੋ ਇਹ ਹੋ ਗਿਆ -1 -2 -3। ਸੋ ਬੇਸਿਕਲੀ ਇਹ ਵੀ ਇਕੁਅਲ ਨਹੀਂ ਆਏ। ਦੈਟ ਮੀਨਸ ਮਾਈਨਸ ਤੇ ਇੱਕ ਸਪੈਸੀਫਿਕ ਗੱਲ ਹੈ ਕਿ ਮਾਈਨਸ ਤੇ ਕਦੇ ਵੀ ਗਰੁੱਪ ਫਾਰਮ ਹੋ ਹੀ ਨਹੀਂ ਸਕਦਾ। ਮਾਈਨਸ ਤੇ ਕਦੇ ਵੀ ਗਰੁੱਪ ਫਾਰਮ ਹੋ ਹੀ ਨਹੀਂ ਸਕਦਾ ਕਿਉਂਕਿ ਹਰ ਵਾਰ ਸਾਨੂੰ ਐਸੋਸੀਏਟਿਵਿਟੀ ਦਿੱਕਤ ਕਰੇਗੀ ਔਰ ਮਲਟੀਪਲੀਕੇਸ਼ਨ ਦੇ ਵਿੱਚ ਬਹੁਤ ਵਾਰੀ ਕਲੋਜ਼ਰ ਹੀ ਹੋਲਡ ਨਹੀਂ ਕਰਦੀ ਔਰ ਡਿਵਾਈਡ ਦੇ ਉੱਪਰ ਵੀ ਮਲਟੀਪਲੀਕੇਸ਼ਨ ਤੇ कहता डिवाइड ਦੇ ਉੱਪਰ ਵੀ ਕਦੇ ਗਰੁੱਪ ਨਹੀਂ ਬਣੇਗਾ ਕਿਉਂਕਿ ਡਿਵਾਈਡ ਤੇ ਵੀ ਜਾ ਕੇ ਅਗਰ ਕਦੇ ਕਲੋਜ਼ਰ ਕਿਤੇ ਹੋਲਡ ਕਰ ਵੀ ਗਈ तो ਐਸੋਸੀਏਟਿਵਿਟੀ ਤੇ ਜਾ ਕੇ ਪੰਗਾ ਹੋ ਜਾਏਗਾ ਫਿਰ ਦੁਬਾਰਾ। ਸੋ ਇਸ ਕਰਕੇ ਮਾਈਨਸ ਔਰ ਡਿਵਾਈਡ ਦੇ ਉੱਪਰ ਗਰੁੱਪ ਜਿਹੜਾ ਨਹੀਂ ਬਣਦਾ ਕਿਉਂਕਿ ਐਸੋਸੀਏਟਿਵਿਟੀ ਕਲੋਜ਼ਰ ਹੀ ਉਸ ਤੇ ਪੰਗਾ ਜਿਹੜਾ ਕ੍ਰੀਏਟ ਕਰ ਦਿੰਦੀ ਹੈ ਔਰ ਮਾਈਨਸ ਤੇ ਹਮੇਸ਼ਾ ਐਸੋਸੀਏਟਿਵਿਟੀ ਪੰਗਾ ਖੜਾ ਕਰੇਗੀ। ਸੋ ਇਹ ਸੀ ਬੇਸਿਕ ਦੋ ਪ੍ਰੋਪਰਟੀਜ਼ ਪਹਿਲਾਂ ਗਰੁੱਪ ਦੀਆਂ। ਨੋ ਅਸੀਂ ਗੱਲ ਕਰਦੇ ਹਾਂ ਥਰਡ ਪ੍ਰੋਪਰਟੀ। ਥਰਡ ਪ੍ਰੋਪਰਟੀ ਹੁੰਦਾ ਜੀ ਐਗਜ਼ਿਸਟੈਂਸ ਆਫ ਆਇਡੈਂਟੀਟੀ। ਐਗਜ਼ਿਸਟੈਂਸ ਆਫ ਆਇਡੈਂਟੀਟੀ, ਆਇਡੈਂਟੀਟੀ ਦੀ ਭਾਲ ਕਰਨੀ। ਹੁਣ ਆਇਡੈਂਟੀਟੀ ਦੀ ਭਾਲ ਕਰਨਾ ਕੀ ਹੁੰਦਾ ਜੀ ਬੇਸਿਕਲੀ ਕਿ A ਸਟਾਰ E ਇਕੁਅਲ ਟੂ E ਸਟਾਰ A। ਮਤਲਬ ਇਹ ਹੁੰਦਾ ਜੀ ਕਿ A ਇੱਥੇ G ਤੋਂ ਆਉਂਦਾ ਹੈ, ਮਤਲਬ ਜਿਹੜਾ ਵੀ ਤੁਹਾਡਾ ਸੈੱਟ ਸੀਗਾ ਇਹ ਉੱਥੋਂ ਆਏਗਾ A ਔਰ E ਵੀ ਤੁਹਾਡਾ ਉਸੇ ਚੋਂ ਹੀ ਹੋਣਾ ਚਾਹੀਦਾ। ਜਿਵੇਂ ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਣਾ, ਜਿਵੇਂ ਮੰਨ ਲਓ ਤੁਹਾਡੇ ਕੋਲ ਹੋਲ ਨੰਬਰ ਨੇ, ਹੋਲ ਨੰਬਰ ਹੁੰਦੇ ਨੇ ਜੀ 0 1 2 3 4 ਅਪ ਟੂ ਸੋਨ ਇਦਾਂ ਚੱਲਦੇ ਗਏ ਸਾਡੇ ਕੋਲ ਹੋਲ ਨੰਬਰ। ਮੰਨ ਲਓ ਇੱਥੇ ਮੈਂ ਕਹਿੰਦਾ ਕਿ ਮੈਂ 2 ਦੇ ਲਈ ਆਇਡੈਂਟੀ ਲੱਭਣੀ ਹੈ ਅੰਡਰ ਪਲੱਸ ਮਤਲਬ ਹੋਲ ਨੰਬਰ ਅੰਡਰ ਪਲੱਸ ਦੀ ਗੱਲ ਕੀਤੀ ਜਾ ਰਹੀ ਹੈ ਜੀ। ਮੰਨ ਲਓ ਮੈਂ 2 ਦੀ ਆਇਡੈਂਟੀਟੀ ਲੱਭਣੀ ਚਾਹ ਰਿਹਾ ਤਾਂ ਮਤਲਬ ਮੈਂ ਇਹ ਕਹਿਣਾ ਚਾਹੁੰਦਾ 2 ਤੇ ਆਪਰੇਸ਼ਨ ਸੀ ਪਲੱਸ 2 ਤੇ ਮੈਂ ਇਹੋ ਜਿਹਾ ਇੱਥੇ ਕੀ ਲਿਖਾਂ ਕਿ ਮੈਨੂੰ ਆਨਸਰ 2 ਹੀ ਮਿਲੇ। ਸੋ ਦੈਟ ਮੀਨਸ ਮੈਂ 2 ਦੇ ਵਿੱਚ 0 ਹੀ ਐਡ ਕਰਾਂਗਾ ਤਾਂ ਮੈਨੂੰ 2 ਮਿਲੇਗਾ। ਦੈਟ ਮੀਨਸ 2 ਦੇ ਲਈ ਜੋ ਆਇਡੈਂਟੀਟੀ ਹੈ ਉਹ 0 ਹੈ। ਕਲੀਅਰ ਹੈ ਜੀ, ਸਮਝ ਲੱਗ ਗਈ। ਸੋ ਇਹਦਾ ਮਤਲਬ 0 ਉਸ ਸੈੱਟ ਕੋਲ ਹੋਣੀ ਵੀ ਚਾਹੀਦੀ ਹੈ ਜਿਸ ਸੈੱਟ ਦੇ ਜਿਸ ਐਲੀਮੈਂਟ ਲਈ ਤੁਸੀਂ ਆਇਡੈਂਟੀਟੀ ਲੱਭ ਰਹੇ ਹੋ ਉਸੇ ਹੀ ਸੈੱਟ ਦੇ ਵਿੱਚ ਤੁਹਾਨੂੰ ਆਇਡੈਂਟੀਟੀ ਮਿਲਣੀ ਚਾਹੀਦੀ ਹੈ। ਮੰਨ ਲਓ ਮੈਂ ਇੱਥੇ ਨੈਚੁਰਲਸ ਦੀ ਗੱਲ ਕਰਦਾ, ਨੈਚੁਰਲ ਤੇ ਅੰਡਰ ਐਡੀਸ਼ਨ, ਤਾਂ ਉੱਥੇ ਵੀ 2 ਦੇ ਲਈ ਅੰਡਰ ਪਲੱਸ ਆਇਡੈਂਟੀਟੀ 0 ਚਾਹੀਦੀ ਸੀ ਪਰ ਨੈਚੁਰਲਸ ਕੋਲ 0 ਨਹੀਂ ਹੁੰਦਾ। ਦੈਟ ਮੀਨਸ ਨੈਚੁਰਲਸ ਤੇ ਗਰੁੱਪ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਨੈਚੁਰਲਸ 'ਚ ਅੰਡਰ ਐਡੀਸ਼ਨ ਆਇਡੈਂਟੀਟੀ ਹੀ ਨਹੀਂ ਮਿਲੇਗੀ ਸਾਨੂੰ। ਕਲੀਅਰ ਹੈ ਜੀ, ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਇਡੈਂਟੀਟੀ ਕਿਵੇਂ ਫਾਈਂਡ ਕੀਤੀ ਜਾਂਦੀ ਹੈ। ਕਲੀਅਰ ਹੈ ਜੀ, ਇਸ ਚੀਜ਼ ਦਾ ਸਾਰਾ ਮੀਨਿੰਗ ਤੁਹਾਨੂੰ। ਹੁਣ ਇੱਥੇ ਕੀ ਹੁੰਦਾ ਜੀ, ਇਹ ਬੋਥ ਸਾਈਡ ਤੁਸੀਂ ਚੈੱਕ ਕਰਨਾ ਹੁੰਦਾ। ਜਿਵੇਂ ਇਹ ਅਸੀਂ ਰਾਈਟ ਸਾਈਡ ਤੇ ਰੱਖ ਕੇ ਚੈੱਕ ਕੀਤਾ ਹੈ ਉਸੇ ਟਾਈਪ ਨਾਲ ਅਸੀਂ ਇੱਥੇ ਕੀ ਰੱਖੀਏ ਕਿ 2 ਨੂੰ ਇੱਥੇ 2 ਦੇ ਨਾਲ ਜਾਂ ਕੀ ਐਡ ਕਰੀਏ ਕਿ ਆਨਸਰ 2 ਆਵੇ ਤਾਂ 0। ਇਹ ਲੈਫਟ ਔਰ ਰਾਈਟ ਆਇਡੈਂਟੀਟੀ ਸੇਮ ਹੋਣੀ ਚਾਹੀਦੀ ਹੈ ਔਰ ਯੂਨੀਕ ਹੋਣੀ ਚਾਹੀਦੀ ਹੈ ਹਰੇਕ ਐਲੀਮੈਂਟ ਦੇ ਲਈ, ਯੂਨੀਕ ਅਪ ਟੂ ਐਵਰੀ ਐਲੀਮੈਂਟ। ਹਰੇਕ ਐਲੀਮੈਂਟ ਲਈ ਯੂਨੀਕ ਹੋਣੀ ਚਾਹੀਦੀ ਹੈ, ਮਤਲਬ ਪੂਰੇ ਦੇ ਪੂਰੇ ਗਰੁੱਪ ਦੇ ਲਈ ਆਇਡੈਂਟੀਟੀ ਯੂਨੀਕ ਹੀ ਹੁੰਦੀ ਹੈ ਔਰ ਲੈਫਟ ਔਰ ਰਾਈਟ ਆਇਡੈਂਟੀਟੀ ਸੇਮ ਹੋਣੀ ਚਾਹੀਦੀ ਹੈ। ਬੇਸਿਕ ਸਟਰਕਚਰ ਇਹ ਸੀ। ਸੋ ਇੱਥੇ ਤੁਹਾਨੂੰ ਕਲੀਅਰ ਕਰਤਾ ਕਿ ਹੋਲ ਨੰਬਰ ਦੇ ਵਿੱਚ ਆਇਡੈਂਟੀਟੀ ਮਿਲ ਜਾਂਦੀ ਹੈ ਬਟ ਨੈਚੁਰਲਸ 'ਚ ਆਇਡੈਂਟੀਟੀ ਨਹੀਂ ਮਿਲ ਪਾਉਂਦੀ। ਅੰਡਰ ਪਲੱਸ ਦੀ ਗੱਲ ਕਰ ਰਹੇ ਹਾਂ, ਮੈਂ ਸਪੈਸੀਫਿਕ ਅੰਡਰ ਐਡੀਸ਼ਨ ਦੀ ਗੱਲ ਕਰ ਰਿਹਾ। ਕਲੀਅਰ ਹੈ ਜੀ। ਔਰ ਮੈਂ ਇੱਥੇ ਇਸ ਚੀਜ਼ ਨੂੰ ਸਪੈਸੀਫਿਕ ਕਿਉਂ ਕਿਹਾ ਕਿ ਯੂਨੀਕ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਡਿਫਾਈਨ ਕਰ ਦਿੰਦਾ। ਮੰਨ ਲਓ ਕਿਸੇ ਸੈੱਟ ਨੂੰ ਮੈਂ ਇਸ ਤਰੀਕੇ ਨਾਲ ਡਿਫਾਈਨ ਕਰ ਦਿੰਦਾ A ਸਟਾਰ B ਇਕੁਅਲ ਟੂ B। ਕੋਈ ਵੀ ਸੈੱਟ ਸੀ ਤੁਹਾਡੇ ਕੋਲ, ਮੈਂ A ਸਟਾਰ B ਇਕੁਅਲ ਟੂ B ਡਿਫਾਈਨ ਕਰਤਾ। ਮੰਨ ਲਓ ਇਸ ਨੈਚੁਰਲ ਤੇ ਹੀ ਮੈਂ A ਸਟਾਰ B ਨੂੰ B ਡਿਫਾਈਨ ਕਰਤਾ। ਸੋ ਕੀ ਹੋਏਗਾ ਜਦੋਂ ਅਸੀਂ ਆਇਡੈਂਟੀਟੀ ਲੱਭਣ ਜਾਵਾਂਗੇ, ਮੰਨ ਲਓ ਮੈਂ ਇੱਥੇ 2 ਦੇ ਲਈ ਆਇਡੈਂਟੀਟੀ ਲੱਭਣ ਜਾ ਰਿਹਾ। ਸੋ 2 ਦੇ ਲਈ ਤੁਸੀਂ ਇੱਥੇ ਕੁਝ ਵੀ ਰੱਖ ਦਿਓ ਸੋ ਆਨਸਰ 2 ਹੀ ਆਏਗਾ। 2 ਦੇ ਨਾਲ ਤੁਸੀਂ 1 ਰੱਖੋਗੇ ਤਾਂ ਆਨਸਰ 2 ਹੀ ਆਏਗਾ। ਦੈਟ ਮੀਨਸ ਤੁਸੀਂ ਜਿਹੜੀ ਲੈਫਟ ਆਇਡੈਂਟੀਟੀ ਲੱਭ ਰਹੇ ਹੋ ਉਹ ਆਇਡੈਂਟੀਟੀ ਤੁਹਾਡੀ ਯੂਨੀਕ ਨਹੀਂ ਹੈ। ਇੱਕ ਚੀਜ਼ ਤੁਸੀਂ ਸਮਝੋ ਕਿ ਜਿਵੇਂ ਇੱਥੇ ਮੈਂ ਅੰਡਰ ਐਡੀਸ਼ਨ 'ਚ ਤੁਹਾਨੂੰ ਸਮਝਾ ਰਿਹਾ, ਅਗਰ ਮੰਨ ਲਓ ਕਿਸੇ ਸੈੱਟ ਤੇ ਇਸ ਤਰੀਕੇ ਨਾਲ ਬਾਈਨਰੀ ਆਪਰੇਸ਼ਨ ਡਿਫਾਈਨ ਹੋ ਜੇ ਤਾਂ ਕੀ ਤੁਸੀਂ ਆਇਡੈਂਟੀਟੀ ਲੱਭ ਲਓਗੇ? ਨਹੀਂ, ਕਿਉਂਕਿ ਜਦੋਂ ਉੱਥੇ ਅਸੀਂ ਲੈਫਟ ਆਇਡੈਂਟੀਟੀ ਲੱਭਣ ਲੱਗਾਂਗੇ ਸੋ ਕੀ ਹੋਏਗਾ, ਉੱਥੇ ਤੁਹਾਡੇ ਕੋਲ ਕੀ ਹੋਏਗਾ ਕਿ ਤੁਹਾਨੂੰ ਉਸ ਦੇਖੋ ਇੱਥੇ ਅਗਰ ਤੁਸੀਂ ਰਾਈਟ ਆਇਡੈਂਟੀਟੀ ਮੰਨ ਲਓ ਤੁਸੀਂ 2 ਦੇ ਲਈ ਆਇਡੈਂਟੀਟੀ ਲੱਭਣਾ ਚਾਹੁੰਦੇ ਹੋ ਰਾਈਟ ਵਾਲੇ ਪਾਸਿਓਂ, ਸੋ ਤੁਸੀਂ ਇੱਥੇ 2 ਤਾਂ ਕਦੇ ਵੀ ਨਹੀਂ ਆ ਸਕਦਾ। 2 ਉਦੋਂ ਹੀ ਆਏਗਾ ਜੇਕਰ ਇੱਥੇ 2 ਹੋਏਗਾ। ਅਗਰ ਇੱਥੇ 1 ਹੈ ਤਾਂ ਇਹਦਾ ਆਨਸਰ 1 ਹੀ ਆਏਗਾ, ਮਤਲਬ 2 ਨੂੰ ਕਦੇ ਆਇਡੈਂਟੀਟੀ ਮਿਲੇਗੀ ਵੀ ਨਹੀਂ। ਔਰ ਅਗਰ ਤੁਸੀਂ ਲੈਫਟ ਤੇ ਜਾਓ ਸੋ ਤੁਹਾਨੂੰ ਇੱਥੇ ਲੱਖਾਂ ਆਇਡੈਂਟੀਟੀਜ਼ ਮਿਲ ਜਾਣਗੀਆਂ, ਇਨਫਾਨਾਈਟ ਆਇਡੈਂਟੀਟੀਜ਼ ਮਿਲ ਜਾਣਗੀਆਂ ਕਿਉਂਕਿ ਨੈਚੁਰਲਸ 'ਚ ਤੁਸੀਂ ਤਾਂ ਕੁਝ ਮਰਜ਼ੀ ਰੱਖੋ। A ਸਟਾਰ B ਅਗਰ ਆਨਸਰ ਤੁਹਾਡਾ B ਦੇ ਰਿਹਾ
दैट मीनस इत्थे तुहाडे कोल इनफानाइट आइडेंटिटीज, लैफ्ट आइडेंटिटीज इनफानाइट ने, राइट ते एक भी आइडेंटिटी नहीं मिल रही। सो इस करके असीं इत्थे स्पैसीफिक एक वर्ड मैंशन किया है कि यूनीक अप टू एवरी एलीमेंट, हरेक एलीमेंट के लिए यूनीक होनी चाहिए है और लैफ्ट और राइट ते सेम होनी चाहिए है। तो ये सी एग्जिस्टेंस ऑफ आइडेंटिटी, एक ग्रुप फॉर्म करने के लिए थर्ड प्रॉपर्टी सी जी साडे कोल। क्लीयर है जी, बिल्कुल सिंपल स्ट्रक्चर, बिल्कुल सिंपल जी गल है जी साडे कोल। क्लीयर है जी। सो नाउ फोर्थ प्रॉपर्टी जिहड़ी है जी वो है इनवर्स दी प्रॉपर्टी। इनवर्स प्रॉपर्टी, इनवर्स दी प्रॉपर्टी साडे कोल की हुंदी है कि जदों असीं इनवर्स दी गल करदे हां, इनवर्स दी प्रॉपर्टी दे विच बेसिक जिहड़ा फीचर है वो की आउंदा है। इनवर्स दी प्रॉपर्टी च असीं करना हुंदा है कि ए स्टार इत्थे जो साडे कोल कोई भी एलीमेंट असीं रख सकते हैं और इत्थे की हुंदा है ई, इत्थे तुहाडे कोल आइडेंटिटी हो सकती है। इसनूं समझना पवेगा बड़े सौखे तरीके दे नाल। जेकर असीं इसनूं समझना चाहिए तो असीं एवें समझ सकते हैं कि असीं ए दे नाल इत्थे अजा किहड़ा एलीमेंट रखीए कि सानूं साडी आइडेंटिटी वापस मिल जाए। जिवें सिंपल जी एग्जांपल असीं इत्थे लित्ती सी नैचुरल्स जी। नैचुरल्स दे विच जेकर असीं इत्थे गल करिए तो साडे कोल है 1 2 3 4 अप टू सोन, इस तरीके नाल चलदा जांदा है काम। जेकर असीं इत्थे नैचुरल की गल करते हैं तो असीं ये कहना है कि इत्थे हरेक दे लई आइडेंटिटी का जो काम सी, आइडेंटिटी जो सी वो साडे कोल 0 सी, आइडेंटिटी जो सी वो साडे कोल 0 सी। हुण असीं इत्थे कहना है कि 1 दे नाल असीं इहो जिहा की ऐड करिए कि सानूं आंसर जो है वो 0 मिले। क्लीयर है जी, समझ आ रहा होएगा कि जदों असीं 1 दे नाल इत्थे अंडर एडिशन है जां की जोड़िए, मतलब उस ऑपरेशन ते की लगाइए कि आंसर मिले 0। सानूं पता है कि 1 दे नाल जेकर असीं -1 ऐड करांगे तो सानूं आंसर मिलेगा 0, पर उस सैट दे कोल -1 नहीं हैगा। दैट मीनस इस सैट नूं अंडर एडिशन उसका इनवर्स मिलना पॉसीबल ही नहीं है। क्लीयर है जी, समझ लग रही होगी चीज़। जो मान लो सैट साडे कोल हुंदा इंटीजर, मान लो साडे कोल सैट है Z ते असीं गल करदे हां, Z ते असीं गल करांगे -3 -2 -1 0 1 2 3 अप टू सोन एवें चलदा जाएगा। इत्थे असीं की करना है कि जेकर असीं 2 दे लई इनवर्स लभना है तो असीं करांगे 2 प्लस इत्थे असीं -2 करांगे तो सानूं आइडेंटिटी मिल जाएगी 0। ये सिर्फ अंडर एडिशन की गल हो रही है। ਇਹਦਾ मतलब -2 इनवर्स का काम करेगा, पर यह शर्त है कि -2 ਉਹਦੇ ਕੋਲ होना भी चाहिए है। सो इंटीजर कोल माइनस ਦੇ ਵਿੱਚ ਹਰ ਇੱਕ ਟਰਮ ਪੋਸੀਬਲ ਹੁੰਦੀ ਹੈ। ਇਸ ਕਰਕੇ इंटीजर ਦੇ ਵਿੱਚ ਤੁਹਾਨੂੰ क्लोजर भी होल्ड करेगी, एसोसिएटिव भी होल्ड करेगी, आइडेंटिटी भी मिलेगी और इनवर्स भी मिल जाएगा, क्योंकि उत्थे माइनस ਦੇ ਵਿੱਚ ਰਕਮਾਂ ਤੁਹਾਡੇ ਕੋਲ ਪਈਆਂ ਹੁੰਦੀਆਂ ਨੇ। सो ਇਹ बेसिक स्ट्रक्चर ਸੀਗਾ कि नैचुरल्स अंडर प्लस ग्रुप क्यों नहीं बना पाते, क्योंकि नैचुरल्स ਨੂੰ आइडेंटिटी नहीं मिल पाती बिकॉज 0 नहीं हैगा। होल नंबर ते ग्रुप क्यों नहीं बन पाता, क्योंकि उन्होंने इनवर्स नहीं मिलेगा, क्योंकि इनवर्स के लिए माइनस वाला सिंबल चाहिए और होल नंबर के कोल माइनस वाला सिंबल नहीं हैगा। सो ये बेसिक प्रॉपर्टीज़ ने, बेसिक स्ट्रक्चर्स ने जिन्हें तो समझना है चीज़ों बड़े आराम नाल कि कोई चीज़ ग्रुप किवें फॉर्म करती है और कोई चीज़ ग्रुप फॉर्म किवें नहीं करती। जिवें कुछ कोई एग्जाम्पल्स आप इत्थे क्रिएट कर लैंदे आ, कुछ कोई एग्जाम्पल साडे कोल की होणगीਆਂ, जिवें Z जो है वो अंडर एडिशन ग्रुप बनाएगा या नहीं बनाएगा, Z अंडर मल्टीप्लिकेशन ग्रुप बनाएगा या नहीं बनाएगा, नैचुरल्स अंडर एडिशन ग्रुप बनाएंगे या नहीं बनाएंगे, नैचुरल्स अंडर मल्टीप्लिकेशन ग्रुप बनाएंगे या नहीं बनाएंगे, कॉम्पलैक्स अंडर एडिशन बनाएगा या नहीं बनाएगा, कॉम्पलैक्स अंडर मल्टीप्लिकेशन बनाएगा या नहीं बनाएगा, और भी जिन्हें भी स्ट्रक्चर तुहाडे माइंड च आउंदे आ, R अंडर प्लस बनाएगा या नहीं बनाएगा, R अंडर मल्टीप्लिकेशन बनाएगा या नहीं बनाएगा। बड़े बच्चों वाले काम ने जिन्होंने तुसीं करके देख सकते हो बड़े आराम नाल चारों प्रॉपर्टीज़ के उत्ते। और ये चारों प्रॉपर्टीज़ लगा के देखना बड़ा आसान होंदा है, अंडर एडिशन और अंडर मल्टीप्लिकेशन। और इत्थे स्पैसीफिक है कि माइनस और जिहड़ा डिवाइड ते कोई ग्रुप बन ही नहीं सकता। सो बिल्कुल ईजी जिहियां चीज़ां ने, साडे कोल 4 प्रॉपर्टीज़ ने। फिर आप उसनूं रिमाइंड कर लैंदे आ कि पहली प्रॉपर्टी है साडे कोल क्लोजर दी, नैक्सट है साडे कोल एसोसिएटिविटी दी, थर्ड है आइडेंटिटी की एग्जिस्टेंस चैक करनी है, और फिर आ जांदा सी इनवर्स चैक करना है। सो बेसिक स्ट्रक्चर से ग्रुप का साडे कोल जिसनूं असीं समझना है और बड़े सौखे तरीके नाल असीं समझिया है। नैक्सट वीडियो दे विच असीं सारियां चीज़ां लैके आवांगे कि असीं Z नूं, N नूं, C नूं, R नूं, मैट्रिसेस नूं किवें एज अ ग्रुप चैक कर सकते हैं किसी खास ऑपरेशन के उत्ते। सो किसी चीज़ नूं ग्रुप कहना है या नहीं कहना, पहली चीज़ वो सैट होना चाहिए। सैकेंडली ਉਹਦੇ 4 प्रॉपर्टीज़ होल्ड कीतियां होनी चाहिए ने। चारों प्रॉपर्टीज़ होल्ड होने तो बाद असीं कहने कि यस इन्हें ग्रुप फॉर्म कर लिया, एक ग्रुप बन गया, एक स्पैशल टाइप की चीज़ होगी, हुणे एरी गैरी चीज़ नहीं रहेगी, बड़ी खास बन गई है, कोहिनूर हो गई है।
ਸੋ ਇਸ ਟਾਈਪ ਦੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਊਗਾ। ਜੇਕਰ ਤੁਹਾਨੂੰ ਪੜ੍ਹ ਕੇ ਚੰਗਾ ਲੱਗਿਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਵੱਧ ਤੋਂ ਵੱਧ ਲਾਈਕ ਕਰੋ। ਧੰਨਵਾਦ, ਥੈਂਕ ਯੂ ਵੈਰੀ ਮਚ ਚੈਨਲ ਨਾਲ ਜੁੜੇ ਰਹਿਣ ਲਈ, ਤੇ ਚੈਨਲ ਨਾਲ ਜੁੜੇ ਰਹੋ। ਧੰਨਵਾਦ।